ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਆਬੋ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੋ ਨਾ ਛਾੜੈ ਖੇਤ ਜਾਓ ਤਉ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਜੁਗੋ ਜੁਗੋ ਅਟਾਲਾ ਛਤਰ ਚਵਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਗਿਆਨ ਦੇ ਮੁਜੱਸਮੇ ਸ਼ਬਦਾ ਅਵਤਾਰ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਦਰ ਘਰ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚੋਂ ਚਰਨ ਪਾਹੁਲ ਪ੍ਰਾਪਤ ਕਰਕੇ ਸਿੱਖੀ ਨੂੰ ਧਾਰਨ ਕਰਨ ਵਾਲੇ ਅਤੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪਰਉਪਕਾਰੀ ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਦਰ ਘਰ ਦੇ ਆਨੰਦ ਪਿਆਰੇ ਯੋਧੇ ਜਰਨੈਲ ਅਮਰ ਸ਼ਹੀਦ ਭਾਈ ਅਮੀਆਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਮੀਸ਼ਾਣਾ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈ ਹੈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਫਰਮਾਨ ਹਨ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਘਰੇ ਨਾ। ਮੇਰੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਗਰੀਬ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਕਿ ਵੱਡਿਆਂ ਵਡੇਰਿਆਂ ਦਾ ਰਚਿਆ ਹੋਇਆ ਇਤਿਹਾਸ, ਉਹਨਾਂ ਦੀਆਂ ਸਾਖੀਆਂ, ਉਹਨਾਂ ਦੀਆਂ ਕਹਾਣੀਆਂ, ਉਹਨਾਂ ਵੱਲੋਂ ਗੁਰੂ ਘਰ ਦੇ ਅੰਦਰ ਕੀਤੀਆਂ ਹੋਈਆਂ ਸੇਵਾਵਾਂ, ਕੀਤੀਆਂ ਹੋਈਆਂ ਕੁਰਬਾਨੀਆਂ, ਗੁਰੂ ਘਰ ਦੀ ਆਨ ਬਾਨ ਸ਼ਾਨ ਦੀ ਖਾਤਰ ਦਿੱਤੀਆਂ ਹੋਈਆਂ ਸ਼ਹਾਦਤਾਂ ਦਾ ਜਿਹੜਾ ਇਤਿਹਾਸ ਹੈ, ਜਦ ਇਸ ਇਤਿਹਾਸ ਨੂੰ ਉਹਨਾਂ ਦੇ ਵਾਰਸ ਹਨ ਜਿਹੜੇ ਪੜ੍ਹਦੇ ਹਨ, ਸੁਣਦੇ ਹਨ, ਸਰਵਣ ਕਰਦੇ ਹਨ ਅਤੇ ਉਹਨਾਂ ਵੱਲੋਂ ਪਾਏ ਹੋਏ ਪੂਰਨਾਂ ਦੇ ਅਨੁਸਾਰ ਚੱਲ ਕਰਕੇ ਆਪਣਾ ਜੀਵਨ ਬਸਰ ਕਰਦੇ ਹਨ, ਤਾਂ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਉਹਨਾਂ ਦੇ ਹਿਰਦਿਆਂ ਦੇ ਅੰਦਰ ਜਿਹੜੇ ਸ਼ੁਭ ਗੁਣ ਹਨ ਉਹ ਪ੍ਰਵੇਸ਼ ਕਰ ਜਾਇਆ ਕਰਦੇ ਹਨ। ਸ਼ੁਭ ਗੁਣਾਂ ਤੋਂ ਭਾਵ ਹੈ ਦਇਆ, ਧਰਮ, ਖਿਮਾ, ਸੰਤੋਖ, ਧੀਰਜ ਆਦਿਕ ਸ਼ੁਭ ਗੁਣ ਹਨ ਜਿਹੜੇ ਉਹ ਸਿੱਖ ਦੇ ਹਿਰਦੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ ਤੇ ਅਸ਼ੁਭ ਗੁਣ ਜਿਹੜੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਉਸ ਦਾ ਖਾਤਮਾ ਹੋ ਜਾਂਦਾ ਹੈ। ਜਦ ਸ਼ੁਭ ਗੁਣ ਹਿਰਦੇ ਦੇ ਅੰਦਰ ਆ ਜਾਂਦੇ ਹਨ ਤਾਂ ਸਿੱਖ ਇਹਨਾਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਰਹਿੰਦਾ ਹੋਇਆ, ਕਮਾਉਂਦਾ ਹੋਇਆ, ਭੋਗਦਾ ਹੋਇਆ, ਇਹਨਾਂ ਦੇ ਵਿੱਚ ਰਹਿ ਕਰਕੇ ਵੀ ਇਹਨਾਂ ਦਾ ਵਸੀਕਾਰ ਨਹੀਂ ਹੁੰਦਾ, ਇਹਨਾਂ ਤੋਂ ਨਿਰਲੇਪ ਹੋ ਜਾਂਦਾ ਹੈ। ਅਜਿਹੀ ਤਾਕਤ ਹੁੰਦੀ ਹੈ ਵੱਡਿਆਂ ਵਡੇਰਿਆਂ ਵੱਲੋਂ ਰਚੇ ਹੋਏ ਇਤਿਹਾਸ ਦੇ ਵਿੱਚ। ਅਜਿਹਾ ਹੀ ਇੱਕ ਮਾਨਮਤਾ ਇਤਿਹਾਸ ਹੈ ਅਮਰ ਸ਼ਹੀਦ ਭਾਈ ਅਮੀਆਂ ਜੀ, ਜਿਨ੍ਹਾਂ ਦਾ ਵਾਰਸ ਨਗਰ ਅਮੀ ਸ਼ਾਹ ਹੈ, ਨੇੜਲੇ ਪਿੰਡਾਂ ਇਲਾਕਿਆਂ ਦੀ ਸੰਗਤ ਹੈ। ਅਸੀਂ ਹਰ ਸਾਲ ਹੀ ਉਸ ਯੋਧੇ ਜਰਨੈਲ ਵੱਲੋਂ ਦਿੱਤੀ ਹੋਈ ਅਨੋਖੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਪਾਵਨ ਸਥਾਨਾਂ ਤੇ ਸਾਲਾਨਾ ਜੋੜ ਮੇਲਿਆਂ ਦੇ ਅੰਦਰ ਹਾਜ਼ਰੀਆਂ ਭਰਦੇ ਹਾਂ।
ਅੱਜ ਵੀ ਆਪਾਂ ਉਸ ਯੋਧੇ ਜਰਨੈਲ ਵੱਲੋਂ ਦਿੱਤੀ ਹੋਈ ਅਨੋਖੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਗੁਰੂ ਸਾਹਿਬ ਜੀਆਂ ਦੇ ਸਨਮੁਖ ਬੈਠੇ ਹੋਏ ਹਾਂ। ਗੁਰੂ ਪਿਆਰੇ ਖਾਲਸਾ ਜੀ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜ਼ਬਰ ਜ਼ੁਲਮ ਦੇ ਵਿਰੁੱਧ 4 ਇਤਿਹਾਸਕ ਜੰਗਾਂ ਲੜੀਆਂ ਹਨ ਅਤੇ ਚਾਰੇ ਹੀ ਜੰਗਾਂ ਜਿੱਤੀਆਂ ਵੀ ਹਨ। ਜ਼ਬਰ ਜ਼ੁਲਮ ਤੋਂ ਕੀ ਭਾਵ ਹੈ ਕਿ ਸਮੇਂ ਦੀਆਂ ਹਕੂਮਤਾਂ ਵੱਲੋਂ ਇਹ ਐਲਾਨ ਕੀਤੇ ਗਏ ਸਨ ਕਿ ਕੋਈ ਵੀ ਗੈਰ ਮੁਸਲਮ ਹੈ ਜਿਹੜਾ ਉਹ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਸੀਸ ਤੇ ਦਸਤਾਰ ਨਹੀਂ ਸਜਾ ਸਕਦਾ, ਤਖਤ ਲਗਾ ਕਰਕੇ ਨਹੀਂ ਬੈਠ ਸਕਦਾ, ਸ਼ਸਤਰਧਾਰੀ ਨਹੀਂ ਹੋ ਸਕਦਾ। ਇਹਨਾਂ ਸਾਰੇ ਹੀ ਹੁਕਮਾਂ ਦੇ ਉਲਟ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ। ਤਖਤ ਸਾਹਿਬ ਉੱਪਰ ਬਹਿਰਾਜੇ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਸ਼ਸਤਰਧਾਰੀ ਹੋਏ ਅਤੇ ਸਿੱਖਾਂ ਨੂੰ ਵੀ ਹੁਕਮ ਕੀਤਾ ਸ਼ਸਤਰਧਾਰੀ ਹੋਣਾ ਹੈ। ਇਹ ਵੀ ਹੁਕਮ ਕੀਤਾ ਕਿ ਜਦੋਂ ਸਿੱਖ ਨੇ ਆਪਣੇ 10 ਨੌਆਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਹੈ ਗੁਰੂ ਘਰ ਵਾਸਤੇ, ਉਸ ਦਸਵੰਧ ਦੇ ਅੰਦਰ ਗੁਰੂ ਘਰ ਦੇ ਅੰਦਰ ਵਧੀਆ ਵਧੀਆ ਨਸਲ ਦੇ ਘੋੜੇ ਲੈ ਕਰਕੇ ਆਉਣੇ ਹਨ, ਚੰਗੇ ਸ਼ਸਤਰ ਲੈ ਕਰਕੇ ਆਉਣੇ ਹਨ। ਜਦ ਅਜਿਹੇ ਹੁਕਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਕੀਤੇ ਤਾਂ ਗੁਰੂ ਸਾਹਿਬ ਜੀ ਸਮੇਂ ਦੀਆਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗੇ। ਇਸ ਰੜਕ ਨੂੰ ਦੂਰ ਕਰਨ ਵਾਸਤੇ ਹਕੂਮਤਾਂ ਸਦਾ ਹੀ ਕੋਈ ਨਾ ਕੋਈ ਬਹਾਨਾ ਲੱਭਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਰੋਕਿਆ ਜਾਵੇ, ਕਤਲ ਕਰ ਦਿੱਤਾ ਜਾਵੇ, ਗ੍ਰਿਫਤਾਰ ਕਰ ਲਿਆ ਜਾਵੇ। ਇਹਨਾਂ ਮਨਸੂਬਿਆਂ ਦੀ ਸਫਲਤਾ ਵਾਸਤੇ ਗੁਰੂ ਘਰ ਤੇ ਹਮਲਾਵਰ ਹੋ ਕਰਕੇ ਹਕੂਮਤਾਂ 4 ਵਾਰ ਆਈਆਂ। ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਹੋਈ, ਜਿਸ ਨੂੰ ਲੋਹਗੜ੍ਹ ਦਾ ਯੁੱਧ ਵੀ ਕਿਹਾ ਜਾਂਦਾ ਹੈ। ਇਸ ਜੰਗ ਦੇ ਅੰਦਰ ਇੱਕ ਮੁਗਲਸ ਖਾਨ ਨਾਂ ਦਾ ਪਠਾਨ ਜਰਨੈਲ 7000 ਫੌਜ ਲੈ ਕਰਕੇ ਗੁਰੂ ਘਰ ਤੇ ਹਮਲਾਵਰ ਹੋ ਕਰਕੇ ਆਇਆ। ਮਨਸੂਬਾ ਇਸ ਦਾ ਉਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਕਤਲ ਕਰਨਾ ਹੈ। ਗੁਰੂ ਸਾਹਿਬ ਜੀਆਂ ਦੇ ਕੋਲੋਂ ਸ਼ਾਹਜਹਾਂ ਦਾ ਜਿਹੜਾ ਸ਼ਾਹੀ ਬਾਜ ਹੈ ਖੋਹ ਕਰਕੇ ਲੈ ਕੇ ਜਾਣਾ ਹੈ ਤੇ ਗੁਰੂ ਸਾਹਿਬ ਜੀਆਂ ਨੂੰ ਜਾਂ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਦੇ ਅੰਦਰ ਪੇਸ਼ ਕਰਨਾ ਹੈ। ਇਸ ਜੰਗ ਦੇ ਅੰਦਰ ਇਹ ਮੁਗਲਸ ਖਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਹੱਥੋਂ ਮਾਰਿਆ ਗਿਆ। ਬਾਕੀ ਸਾਰੀ ਫੌਜ ਵੀ ਗੁਰੂ ਕੇ ਯੋਧਿਆਂ ਨੇ ਮਾਰ ਖਪਾਈ। ਇਸ ਜੰਗ ਦੇ ਅੰਦਰ ਜਿਸ ਯੋਧੇ ਜਰਨੈਲ ਨੂੰ ਭਾਈ ਅਮੀਆਂ ਜੀ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਨੇ ਵੀ ਬੜੀ ਬਹਾਦਰੀ ਦੇ ਨਾਲ ਜੰਗ ਕੀਤਾ। ਇਸ ਬਾਬਤ ਸਾਨੂੰ ਇਤਿਹਾਸਕ ਹਵਾਲੇ ਮਿਲ ਜਾਂਦੇ ਹਨ। ਤਵਾਰੀਖ ਗੁਰੂ ਖਾਲਸਾ ਦੇ ਅੰਦਰ ਲਿਖਿਆ ਮਿਲ ਜਾਂਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਇਸ ਬਾਬਤ ਲਿਖਿਆ ਹੋਇਆ ਮਿਲ ਜਾਂਦਾ ਹੈ। ਦੂਸਰੀ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੇ ਅੰਦਰ ਹੋਈ। ਇਸ ਜੰਗ ਦੇ ਅੰਦਰ ਅਬਦੁਲ ਖਾਨ ਨਾਂ ਦਾ ਪਠਾਨ ਜਰਨੈਲ 15000 ਫੌਜ ਲੈ ਕਰਕੇ ਗੁਰੂ ਘਰ ਤੇ ਹਮਲਾਵਰ ਹੋ ਕਰਕੇ ਆਇਆ। ਮਨਸੂਬਾ ਫਿਰ ਉਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਕਤਲ ਕਰਨਾ ਹੈ ਜਾਂ ਗ੍ਰਿਫਤਾਰ ਕਰ ਲੈਣਾ ਹੈ। ਇਸ ਜੰਗ ਦੇ ਅੰਦਰ ਵੀ ਅਬਦੁਲ ਖਾਨ ਗੁਰੂ ਸਾਹਿਬ ਜੀਆਂ ਦੇ ਹੱਥੋਂ ਮਾਰਿਆ ਗਿਆ। ਬਾਕੀ ਸਾਰੀ ਫੌਜ ਗੁਰੂ ਕੇ ਯੋਧਿਆਂ ਨੇ ਜਮ ਧਾਮ ਨੂੰ ਭੇਜ ਛੱਡੀ। ਤੀਸਰੀ ਜੰਗ ਗੁਰੂਸਰ ਮਹਾਰਾਜ ਜੋ ਬਠਿੰਡਾ ਨੇੜੇ ਪੈਂਦਾ ਹੈ, ਇਹਨਾਂ ਸਥਾਨਾਂ ਉੱਪਰ ਹੋਈ। ਜਦ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਲਾਹੌਰ ਦੇ ਕਿਲੇ ਦੇ ਵਿੱਚੋਂ ਗੁਰੂ ਘਰ ਦੀ ਖੋਹੀ ਹੋਈ ਅਮਾਨਤ ਹੈ ਜਿਹੜੀ ਘੋੜੇ ਗੁਲਬਾਗ ਅਤੇ ਦਿਲਬਾਗ ਨੂੰ ਲੈ ਕਰਕੇ ਗਏ। ਇਹਨਾਂ ਘੋੜਿਆਂ ਨੂੰ ਵਾਪਸ ਲੈ ਕਰਕੇ ਆਉਣ, ਗੁਰੂ ਸਾਹਿਬ ਜੀਆਂ ਨੂੰ ਕਤਲ ਕਰ ਦੇਣ ਜਾਂ ਗ੍ਰਿਫਤਾਰ ਕਰਨ ਦੇ ਮਨਸੂਬੇ ਦੇ ਨਾਲ ਕੰਬਰ ਬੇਗ, ਕਾਬਲੀ ਬੇਗ ਵਰਗੇ ਆਪਣੇ ਆਪ ਨੂੰ ਵੱਡੇ ਪਠਾਨ ਜਰਨੈਲ ਸਮਝਣ ਵਾਲੇ ਗੁਰੂ ਘਰ ਤੇ 35000 ਫੌਜ ਲੈ ਕਰਕੇ ਪਹੁੰਚੇ। ਇਸ ਜੰਗ ਦੇ ਅੰਦਰ ਵੀ ਇਹ ਸਾਰੇ ਵੱਡੇ ਵੱਡੇ ਜਰਨੈਲ ਗੁਰੂ ਸਾਹਿਬ ਜੀਆਂ ਦੇ ਹੱਥੋਂ ਮਾਰੇ ਗਏ। ਬਾਕੀ ਸਾਰੀ ਫੌਜ ਗੁਰੂ ਕੇ ਯੋਧਿਆਂ ਨੇ ਮਾਰ ਮੁਕਾਈ। ਥੋੜੇ ਬਹੁਤੇ ਤੁਰਕ ਸਿਪਾਹੀ ਬਚੇ ਜਿਨ੍ਹਾਂ ਨੇ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਸ਼ਰਨ ਲੈ ਲਈ ਜਾਂ ਫਿਰ ਜਿਹੜੇ ਭੱਜ ਗਏ, ਭੱਜ ਕਰਕੇ ਆਪਣੀਆਂ ਜਾਨਾਂ ਬਚਾਈਆਂ। ਇਸ ਜੰਗ ਦੇ ਅੰਦਰ ਬਾਬਾ ਜੇਠਾ ਜੀ, ਭਾਈ ਜੇਠਾ ਜੀ ਸਿੱਧਵਾਂ ਵਾਲੇ, ਉਹਨਾਂ ਨੇ ਵੀ ਗੁਰੂ ਸਾਹਿਬ ਜੀਆਂ ਦੇ ਹੁਕਮਾਂ ਨੂੰ ਕਮਾਉਂਦੇ ਹੋਏ ਬਹੁਤ ਹੀ ਬਹਾਦਰੀ ਨਾਲ ਜੰਗ ਕਰਦੇ ਹੋਏ ਸ਼ਹਾਦਤ ਦਿੱਤੀ ਹੈ ਗੁਰੂਸਰ ਮਹਾਰਾਜ ਵਾਲੇ ਅਸਥਾਨਾਂ ਤੇ। ਚੌਥੀ ਜਿਹੜੀ ਜੰਗ ਹੈ ਸ੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਨੇੜੇ ਪੈਂਦਾ ਹੈ, ਇਹਨਾਂ ਸਥਾਨਾਂ ਉੱਪਰ ਹੋਈ। ਇਸ ਜੰਗ ਦੇ ਅੰਦਰ ਗੁਰੂ ਘਰ ਦਾ ਹੱਥੀਂ ਪਾਲਿਆ ਹੋਇਆ ਨੌਕਰ ਪੈਂਦੇ ਖਾਨ ਲਾਹੌਰ ਦਰਬਾਰ ਤੋਂ ਆਪਣੇ ਚਾਚੇ ਦੇ ਪੁੱਤਰ ਕੁਤਬ ਖਾਨ ਜੋ ਜਲੰਧਰ ਦਾ ਸੂਬਾ ਹੈ, ਉਸ ਦੀ ਸਹਾਇਤਾ ਦੇ ਨਾਲ 55000 ਫੌਜ ਲੈ ਕਰਕੇ ਰਵਾਨਾ ਹੋਇਆ।
इस दे नाल इस दा जवाई असमान खान, एक होर पठान जरनैल काले खान ते शाहजहां दा जिहड़ा वकील है खोजा अनवर, ये वड्डे वड्डे पठान जरनैल 55,000 फौज लैकर के गुरु घर ते हमला करने वास्ते निकले। इतिहास जिक्र करता है कि जलंधर दे कोल आकर के इस फौज की जिहड़ी गिनती है 75,000 हुई, क्योंकि जिहड़ी कुतुब खान दे कोल जलंधर की छावनी के अंदर फौज बैठी हुई सी, 20,000 फौज भी शामिल की गई। इस तो इलावा जिहड़ा बसी पठाना का इलाका है, जिस दे नाम तो ही प्रतीत होंदा है कि इस इलाके के अंदर पठान लोगों का बहुत ज़्यादा दबदबा होवेगा, पठान लोग ज़्यादा रहिंदे होणगे। बसी पठाना के इलाके दे 500 ਜਿਹੜੇ ਵੱਡੇ ਜਗੀਰਦਾਰ ਚੌਧਰੀ ਸਨ, ਉਹਨਾਂ ਦੇ ਜਿਹੜੇ ਆਪਣੇ ਨਿੱਜੀ ਸਿਪਾਹੀ ਸਨ, ਕਿਸੇ ਦਾ 100, ਕਿਸੇ ਦਾ 500, ਕਿਸੇ ਦਾ 1000, ਕਿਸੇ ਦੇਸ਼ ਤੋਂ ਵੀ ਵੱਧ, ਇਹ ਸਾਰੀ ਫੌਜ ਵੀ ਇਸ ਫੌਜ ਦੇ ਅੰਦਰ ਸ਼ਾਮਲ ਕੀਤੀ ਗਈ। ਇਸ ਤੋਂ ਇਲਾਵਾ ਕੈਦਖਾਨਿਆਂ ਦੇ ਅੰਦਰ ਜਿਹੜੇ ਡੱਕੇ ਹੋਏ ਚੋਰ, ਧਾੜਵੀ, ਡਾਕੂ, ਗੁੰਡੇ ਆਦਿਕ ਸਨ, ਉਹਨਾਂ ਨੂੰ ਵੀ ਇਸ ਜੰਗ ਦੇ ਜਿੱਤਣ ਤੋਂ ਬਾਅਦ ਰਿਹਾਈ ਦੀ ਸ਼ਰਤ ਤੇ ਇਸ ਫੌਜ ਦੇ ਅੰਦਰ ਸ਼ਾਮਲ ਕੀਤਾ ਗਿਆ। गुरप्रताप सूरज ग्रंथ के अंदर कवि राज कवि भाई संतोख सिंह जी इस फौज की गिनती लख तो थोड़ी घट दसते हैं। 75,000 तो ऑन रिकॉर्ड है। बाकी जी पिंडा की छेड़ जी चौधरिया की जी फौज रली है, वो चोर, धाड़वी, गुंडे, डाकू आदि मिला करके कवि राज कवि भाई संतोख सिंह ने इस फौज की गिनती लख तो थोड़ी घट दसी है। वो 90,000 हो सकती है या 95,000 हो सकती है। इतना बड़ा लश्कर करतारपुर साहिब जी ते गुरु घर ते हमलावर होकर के आया। ये वही जंग है जिस जंग दे अंदर जिस जोधे जरनैल भाई अमिया जी नूं आपां याद कर रहे हाँ, उस जोधे जरनैल ने गुरु हरगोबिंद साहब महाराज जियां दे हुक्मां नूं कमाउंदियां होया गुरु घर की आन बान शान की खातर एक घमसान का जंग करते हुए शहादत दी है। यही करतारपुर साहिब की जंग है जो 1634-35 के अंदर हुई है। जिस तरह रमता दे विच दास ने जिक्र किया है कि गुरु साहिब जी ने 4 जंगां लड़ियां हन, चारे जित्तियां भी हन। इन्हां 4 जंगां दे अंदर जिहड़े तुर्क सिपाही चढ़ाई करके आए अते मारे गए, उन्हां दी गिणती करीब 1.25 लाख बनती है। ते इन्हां चारे ही जंगां दे अंदर गुरु के जोधे जिहड़े शहीद हुए हैं, उन्हां दी गिणती करीब 4,000 बनती है। अगर असीं सिख इतिहास के सारे ही ग्रंथां नूं पढ़ लईए, खोलीए, विचारीए, तो इन्हां शहीद हो जाने वाले 4,000 जोधियां दे विचों सानूं बड़ी ही मुश्किल दे नाल 100, 125 जां वध तो वध कह लईए तां 200 जोधे दा नाम सानूं इतिहासक ग्रंथां दे विचों प्राप्त होवेगा। ते जिहड़े जोधियां दा सानूं इतिहास विचों ग्रंथां विचों नाम प्राप्त हुंदा है, वो वड्डे वड्डे जरनैलां दा, वड्डे वड्डे जिहड़े वो जोधे जिन्हां ने बड़ी ही बहादरी दे नाल जंग करके शहादत दित्ती है, उन्हां जोधियां दा नाम इतिहासक ग्रंथां दे अंदर दर्ज होया है। ते भाई अमिया जी नूं आपां याद कर रहे हाँ, वो भी एक बहुत वड्डे जरनैल सन। उन्होंने भी गुरु साहिब जी के हुक्मां नूं कमाउंदे होए ही शहादत दित्ती है। उन्हां दा नाम भी इतिहासक ग्रंथां दे अंदर दर्ज है। एक ग्रंथ नहीं, एक तो वध ग्रंथां दे अंदर दर्ज है, 4-5 ग्रंथां दे अंदर दर्ज है। जिन्ना क दास ने पढ़िया है, हो सकता है इस तो वध ग्रंथां दे अंदर भी दर्ज होवे। एक भट्ट वहीआं कहीआं जांदियां हन। पट वहीआं दे विचों पट वही मुल्तानी सिंधी खाता रमानों का किया जाता है। इस पट वही के अंदर भाई अमिया जी का जिहड़ा नाम है दर्ज है। जिथे भाई अमिया जी का नाम दर्ज है, उन्हां दे नाल नाल उन्हां दे परिवारक जिहड़े जी हन, मैंबरां दे नाम भी सानूं दर्ज कीते हुए मिल जाते हैं। पट वही के अंदर भाई अमिया जी के भराता जी का, उन्हां दे वड्डे भरा का नाम भी सानूं लिखिया होया मिलता है। भाई अमिया जी के पिता जी का नाम, दादा जी का नाम, परदादा जी का नाम भी सानूं लिखिया होया मिल जाता है। पट वही के अंदर लिखिया होया है, फतेह बेटा धर्मा का, अमिया बेटा धर्मा का, पोते भोजे के, पड़पोते रन मल के। इस तो ये भाव है कि जिहड़ा भाई अमिया जी हैं वो भाई धर्मा जी दे पुत्र हैं। अमिया बेटा धर्मा का, कि भाई अमिया जी भाई धर्मा जी दे पुत्र हैं। फता बेटा धर्मा का, उन्होंने फतेह चंद भी कहा जाता है, जां बाबा फता भी कहा जाता है।
फता बेटा धर्मा का, वो भी भाई धर्मा जी के पुत्र हैं। इस तो ये सिद्ध हुंदा है कि भाई अमिया जी ते बाबा फतेह चंद जी जां बाबा फता जी दोवें सगे भरा सन। बाबा फतेह चंद जी वड्डे सन। भाई अमिया जी के पिता जी का नाम भाई धर्मा जी लिखिया मिलता है इस पट वही के अंदर। दादा जी का जोड़ा नाम है भाई भोजा जी लिखिया हुआ मिलता है। ਅਤੇ परदादा जी का जोड़ा नाम है वो भाई रणमल लिखिया हुआ सानू मिलता है। इस भट्ट वही मुल्तानी सिंधी खाता रमानों का, क्योंकि जिहड़ियां भट्ट वहियां हुंदियां हन ये किसी व्यक्ति विशेष वालों नहीं हुंदियां, ये पीढ़ी दर पीढ़ी चलदियां हन ते इन्हां दे अंदर खातियां दा जिक्र सानू मिलता है। अगर किसी ने जिहड़े मैं नाम आप जी दे नाल साझे कीते हन नोट करने होण याद करने होण तो मैं एक बार फिर दोहरा दिंदा हाँ, साडे वास्ते बहुत जरूरी हन, खासकर नगर अमी शाह दी संगत वास्ते, क्योंकि असीं मंनदे हाँ कि असीं भाई अमिया जी दे वारिस हाँ। तो घट्टो घट्ट सानू उन्हां दे पिता जी का नाम भराता का नाम सानू जरूर याद होना चाहिए है। मैं एक बार फिर दोहरा देवां, भट्ट वही मुल्तानी सिंधी खाता रमानो का अंदर भाई अमिया जी उन्हां दे भराता का नाम भरा का नाम बाबा फता जी या फतेह चंद भी लिखा हुआ मिलता है। पिता जी का नाम भाई धर्मा जी, दादा जी का जोड़ा नाम है भाई भोजा जी और परदादा जी का जोड़ा नाम है भाई रणमल लिखा हुआ मिलता है। इस भट्ट वही के अंदर ही सानू लिखा हुआ मिलता है कि भाई अमिया जी ने जिथे करतारपुर की जंग के अंदर शहादत दी है, बाबा फतेह चंद जी ने भी करतारपुर की जंग के अंदर शहादत दी है, जो कि साडे वास्ते बहुत ही माण वाली गल है। असीं अजिहे महान योधे जरनैल दे वारिस हाँ। इस तो इलावा एक होर ग्रंथ जिस ग्रंथ नूं महान कोश कहा जाता है, इस ग्रंथ नूं भाई कान सिंह जी नाभा वालों लिखा गया। इस ग्रंथ के अंदर भी भाई अमिया जी का जिक्र सानू मिल जाता है। ये वही ग्रंथ है जिस ग्रंथ के अंदर नगर अमी शाह का इतिहास भी सानू लिखा हुआ मिलता है। भाई कान सिंह नाभा जी ने लिखा हुआ है। इत्थों तक कि नगर अमी शाह का सानू नक्शा भी मिल जाता है। नक्शे तो भाव है कि नगर अमी शाह कित्थे स्थित है, किस जगह ते नगर अमी शाह है। भाई कान सिंह नाभा जी ने लिखा है कि नगर अमी शाह नूं थाना खालड़ा पैंदा है, एक जल्लो स्टेशन है जो पाकिस्तान के अंदर पैंदा है। उस जल्लो स्टेशन तो नहर के कोण ते 7 मील की दूरी भाई कान सिंह नाभा जी ने लिखी गई है। इस तरह नगर अमी शाह का नक्शा भी सानू महान कोश के अंदर मिल जाता है। इस ग्रंथ के अंदर भाई अमिया जी का भी सानू जिक्र मिलता है। एक होर महान ग्रंथ जिस ग्रंथ के अंदर सानू 10 ही गुरु साहबान जियां दे जिहड़े जीवन कौतक हन, जीवन ब्यौरा है, वो सानू साखी रूप के अंदर मिल जाता है। वो महान ग्रंथ है तवारीख गुरु खालसा, जो कि एक पंथ प्रमाणित ग्रंथ है। इस ग्रंथ नूं ज्ञानी ज्ञान सिंह जी वालों लिखा गया। इस ग्रंथ के अंदर भी सानू भाई अमिया जी का जिहड़ा जिक्र है वो सानू मिल जाता है। एक होर महान ग्रंथ है जिस ग्रंथ दे विचों जो खालसे का केंद्रीय स्थान है, खालसे का दिल है, खालसे की जान है, सचखंड श्री हरमंदर साहिब खालसे की राजधानी है। सचखंड श्री हरमंदर साहिब जी की जो पावन स्टेज है गुरुद्वारा मंजी साहब दीवान हाल, मंजी साहब दीवान हाल तो गुरुद्वारा शहीदगान साहब जिन्हां स्थानां ते 10वीं सेवा निभाउंदा है, सारे तख्त साहिबान जी तो होर सारे वड्डे सिख इतिहासक स्थानां तो गुरु घर दीआं संगतां नूं रोजाना ही दिन के पिछले पहर के दीवाना के अंदर गुर इतिहास दीआं कथा विचारां लड़ीवार सरवण करवा करके गुर इतिहास नाल जोड़िया जाता है। वो महान ग्रंथ है गुर प्रताप सूरज ग्रंथ। इस ग्रंथ के अंदर भाई अमिया जी का जिक्र है, कई जगह ते मिल जाता है। इस ग्रंथ के अंदर ही सानू पता लगता है कि भाई अमिया जी ने करतारपुर की जंग के अंदर किस तरह गुरु साहब जी के हुक्मां नूं कमाउंदे होए घमसान दा जंग करते हुए शहादत दी है। इस ग्रंथ के अंदर सानू भाई अमिया जी का जिहड़ा जिक्र है कई जगह ते मिल जाता है। समा प्रबंधकों वालों 20-25 मिनट का दिता गया है, वैसे इतिहास ज़्यादा बढ़ जाता है, करीब 45 तो 50 मिनट का समा लग जाना सी। मैं 20-25 मिनट के विच ही इसकी समाप्ति करनी है।
ਆਪਾਂ ਉਹ ਆਪਣੀਆਂ ਸੁਰਤ ਬਿਰਤੀਆਂ ਨੂੰ ਹੁਣ ਸਿੱਧਾ ਉਸ ਜਗ੍ਹਾ ਤੇ ਲੈ ਜਾਂਦੇ ਹਾਂ ਜਿੱਥੇ ਭਾਈ ਅਮੀਆਂ ਜੀ ਕਮਸਾਨ ਦਾ ਜੰਗ ਕਰਕੇ ਸ਼ਹਾਦਤ ਪ੍ਰਾਪਤ ਕਰ ਰਹੇ ਹਨ। ਭਾਈ ਅਮੀਆਂ ਜੀ ਤੇ ਭਾਈ ਮਹਿਰਾ ਜੀ ਇਹ ਦੋ ਜਰਨੈਲ ਸਨ ਜਿਨ੍ਹਾਂ ਦੀ ਡਿਊਟੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜਦ ਕਰਤਾਰਪੁਰ ਦੀ ਜੰਗ ਹੋਈ ਤਾਂ ਕਰਤਾਰਪੁਰ ਦੇ ਚਾਰੇ ਪਾਸਿਆਂ ਤੋਂ ਪੈਂਦੇ ਖਾਨ ਵੱਲੋਂ 10-10 ਹਜ਼ਾਰ ਫੌਜ ਲੈ ਕਰਕੇ ਚਾਰੇ ਦਰਵਾਜ਼ਿਆਂ ਤੋਂ ਹਮਲਾ ਕੀਤਾ ਗਿਆ ਸੀ। ਭਾਈ ਅਮੀਆਂ ਜੀ ਤੇ ਭਾਈ ਮਹਿਰਾ ਜੀ ਦੀ ਜਿਹੜੀ ਡਿਊਟੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਦੱਖਣ ਦੀ ਬਾਹੀ ਦਾ ਜਿਹੜਾ ਦਰਵਾਜ਼ਾ ਹੈ ਉਸ ਜਗ੍ਹਾ ਤੇ ਲਗਾਈ ਸੀ। ਇਹ ਦੋਵੇਂ ਯੋਧੇ ਗੁਰੂ ਕੇ ਹੁਕਮਾਂ ਨੂੰ ਕਮਾਉਂਦੇ ਹੋਏ ਕਮਸਾਨ ਦਾ ਜੰਗ ਕਰਨ ਲੱਗੇ। गुरु हरगोबिंद साहब महाराज जी नगर के मुख दरवाजे ते बैठ गए, बिराज गए और खपरे तीरां दा मींह वराउण लगे। खपरा तीर वो हुंदा है जिसका जिहड़ा सामने वाला फला है पिपल के पत्ते दे तरह का उसका आकार हुंदा है, जिहड़ा लग जाता है पर वापस खिंचिया नहीं जाता। अगर वापस खिंचिया जाता है तो वापस उस तीर के लगन नालों ज़्यादा जिहड़ा दर्द है खिंचण समय महसूस होता है। इस करके जिसनूं ये तीर लगता है वो बचता नहीं है। तो गुरु साहब जी मुख दरवाजे ते बैठ करके तीरां दी वर्खा कर रहे सन। गुरु साहब जियां ने जंग करदे करदे बाबा बिधि चंद साहब जी नूं बुलाया अते हुक्म किया कि दखण दी बाही ते जा करके सिखां दी सहायता करो। गुरु साहब जियां दे हुक्म पा करके बाबा बिधि चंद साहब जी दखण दी बाही ते पहुंचे। उत्थे जा करके की वेखदे हन कि तुरकां दा एक वड्डा टुकड़ा भाई अमिया जी नूं घेर करके हमले कर रहा है। इस बाबत कवि संतोख सिंह जी ने लिखा है, जह घिरियो अमिया वीर। भाई अमिया जी नूं घिरिया होया वेख करके बाबा बिधि चंद साहब जी एक शेर दी नाई इस टुकड़े ते जा पाए। इन्हां दोवें योधियां ने कुछ पलां दे अंदर ही तुरकां दे इस टुकड़े नूं खत्म कर दिता। बाबा बिधि चंद साहब जी वापस गुरु हरगोबिंद साहब महाराज जी दी हजूरी विच आ गए। भाई अमिया जी के जोड़े साथी जरनैल सन भाई मेहरा जी वो तुरकां दे एक टुकड़े दे नाल जंग करदे करदे शहादत प्राप्त कर गए। जद उन्हां नूं शहीद हुंदे वेख्या भाई अमिया जी ने तां इस टुकड़े ते शेर दी न्याय जा पाए। कवि ने बहुत सुंदर लिखा है, एक कवित की रचना दे विच लिखा है। कवि जी लिखते हैं, हेर तबै अमिया मन क्रोधत पुंज रिपु समुखै टकरे। ये गुरप्रताप सूरज ग्रंथ के अंदर लिखा हुआ है। हेर तो भाव हुंदा है वेखना। जद भाई अमिया जी ने वेख्या कि भाई मेहरा जी शहीद हो गए ने, हेर तबै अमिया मन क्रोधत पुंज रिपु समुखै टकरे। समुखे तो भाव है कि सामने तो पुंज तो भाव है बहुत वड्डा टुकड़ा तुरकां दा है। उस ते एक शेर दी न्याय जा पाए। कवि जी अगली पंक्ति के अंदर लिखते हैं, घालत पाक मसान घनो कर संगर घोर असी पकड़े। असी तो भाव हुंदा है कृपान पकड़ करके भाई अमिया जी बहुत ही कमसान दा जंग कर लगे। लगातार जंग करते करते भाई अमिया जी ने तुरकां दे इस टुकड़े नूं जम ताम नूं भेज दिता। जब भाई अमिया जी नूं इस तरह लड़ते वेख्या तां तुरकां दे जरनैलां ने बहुत सारियां फौजां भाई अमिया जी ते भेज दित्तियां। ये की सोचते हैं कि अगर ये सिख जिहड़ा जरनैल है सिपाही है, अगर कुछ समा होर इस तरह लड़ता रहा तो दखण की बाही का जोड़ा मोर्चा है कला ही जित जाएगा। तुरकां दे वड्डे टुकड़ियां ने भाई अमिया जी नूं आन घेरिया। इस बाबत कवि जी ने लिखा है, आन परे तुरकान बली ते नहानत घाव घने कर घालत। कवि जी लिखते हैं कि तुरकां दा एक वड्डा बाल बहुत सारे तुरक सिपाही भाई अमिया जी ते आन पाए ते भाई अमिया जी ते हमले कर लगे। भाई साहब जी अपनी तलवार नूं हत्थ विच पकड़ करके बहुत ही बिजली की रफ्तार दे नाल तलवार नूं चला रहे हैं। आन परे तुरकान बली ते नहानत घाव घने कर घालत। वो भाई साहब जी नूं घाव दिंदे हन ते भाई अमिया जी भी घने घर घालत घनिया नूं जमदे घर नूं भेज रहे हैं। जंग किस तरह कर रहे हैं, कवि जी ने अगली पंक्ति के अंदर लिखा होया है, फेर तुरंग नचावत घावत आपन दे अशेहन झालत। भाई अमिया जी तुरंग तो भाव हुंदा है घोड़ा, घोड़े ते बैठे हुए फिर तो पावे इधर उधर चंचल करके जिधरों में कोई तुर्क सिपाही हमला करता है। तुर्कों की ये हिम्मत नहीं पै रही है कि तलवार दे नाल सामने तो होकर के जंग कर सकन, दूर तो हट हट करके नेजियां दे वार करते हैं। तो भाई अमिया जी अपने घोड़े ते चढ़े हुए उस तुर्क दे सामने तो जा करके तलवार दा वार करते हैं। किसी का सिर वड्ड रहे हैं, किसी की लत्त, किसी की बांह।
जद इस तरह भाई अमिया जी लगातार जंग करते रहे तो भाई अमिया जी के शरीर ते भी बहुत सारे फट लगे। कवि जी ने अगली पंक्ति के अंदर लिखा है, अंग तशा मुश तूरनता कर आए अरे रिप काटत डालत, कि भाई अमिया जी के शरीर ते भी बहुत सारे फट लग रहे हैं, वो भी अगों जंग कर रहे हैं, पर बहुत सारे फट लग जाने कारण शरीर के विचों खून दियां नदियां बह तुरियां, सारे वस्त्र खून दे नाल लाल होए, इथों तक कि घोड़े की पिठ भी खून दे नाल लाल हो गई। लगातार खून बह जाने कारण हौली हौली भाई अमिया जी का जिहड़ा शरीर है ठंडा पैण लगा तो भाई अमिया जी शहादत प्राप्त कर गए। इस बाबत कवि जी ने जिहड़ी अगली पंक्ति लिखी है, मैं मनदा हाँ कि भाई वाहिगुरु भाई संतोख सिंह जी ने अपने ज्ञान का जिहड़ा जितना भी ज्ञान है इस पंक्ति के अंदर लिख दिता है। इस जोधे जरनैल की उपमा के अंदर बहुत ही कमाल का अलंकार बन करके वो आखिरी पंक्ति लिखते हैं, होत शहीद भयो रणमय। भाई अमिया जी जंग करते करते शहीद हो गए। जिहड़ी अगली अद्धी पंक्ति है उस अंदर की लिखते हैं, होत शहीद भयो रणमय रिज देव बधू ते युद्ध निहालत, कि देवियां देवते भी इस योद्धे का जिहड़ा जंग है वो वेख करके जय जयकारा कर रहे हैं, कह रहे हैं धन गुरु धन गुरु धन गुरु दे सिख ते धन गुरु दी सिखी। इस तरह ये योद्धा गुरु हरगोबिंद साहिब महाराज जियां दे हुक्मां नूं कमाउंदा होया गुरु घर की आन बान छाण की खातर घमसान का जंग करके शहादत प्राप्त कर गया। बाकी सारे मोर्चों ते भी जंग चलती चलती सारे पठान जरनैल गुरु के योद्धियां दे हथों मारे गए। गुरु साहब जियां ने बैंदे खान नूं मार मुकाया, उसका जिहड़ा जवाई असमान खान है उसनूं बाबा गुरदित्ता जी ने तीर बख्शिश किया। बाबा बिधि चंद साहब जियां ने जिहड़ा शाहजहां दा वकील खोजा अनवर है उसनूं मार मुकाया। इस तरह जिहड़ी चौथी जंग है गुरु हरगोबिंद साहिब महाराज जियां दे योद्धियां ने जित लैना की। जद जित दे नगारे खड़के तां गुरु साहब जियां ने सिखां नूं हुक्म किया कि लगे हुए कमर कसे दे अंदर ही कुछ समय वास्ते विश्राम करना है। कुछ समा विश्राम तो बाद गुरु हरगोबिंद साहिब महाराज जियां ने बाबा बिधि चंद साहिब जी नूं अपने कोल बुलाया ਅਤੇ हुक्म किया कि जितने भी सिख जोधे शहीद होए हैं उन्होंने जिहड़े शरीर हैं एक जगह पर इकट्ठे किए जान, बहुत सारी लकड़ इकट्ठी की जाए, एक वड्डी चिखा चिन करके अंतिम संस्कार की तैयारी की जाए। गुरु के योद्धियां ने जिहड़े शहीद होए सिख हैं उन्होंने जिहड़े शरीर हैं एक जगह पर एकत्र किए। इस बाबत भी कवि जी ने लिखा है, अमिया मेहरा आदक लियाए, कि जिहड़े भाई अमिया जी भाई मेहरा जी आदक तो भाव हुंदा कि होर जिन्ने भी सिख शहीद होए हैं इतिहास के अंदर शहीद होने वाले सिखां की गिनती सानू 700 मिलती है। इस चौथी जंग के अंदर उन्होंने सारे योद्धियां दे जिहड़े शरीर हैं सिखां ने एक जगह पर एकत्र किए, एक वड्डी चिखा चिनी गई। इस बाबत कवि जी ने लिखा है, काष्ट संच दाहे सब करे, कि एक लकड़ काष्ट तो भाव हुंदा है लकड़, एक वड्डी चिखा तैयार करके गुरु हरगोबिंद साहिब महाराज जी ने खुद अरदासा सोध करके इन्हां योद्धियां दे शरीरां दा अंतिम संस्कार किया है। असीं अजिहे योद्धे जरनैल दे वारस हाँ जिहड़े योद्धे ने गुरु साहब जी के हुक्मां नूं कमाया है। साडे वास्ते बहुत ही माण वाली गल है। 2-3 मिनट दे विच कुछ होर इतिहास के तत्थ हैं आप जी दे नाल साझे करदे जावां। मैं मनदा हाँ कि घट्टो घट नगर अमीशाह की संगत नूं उस योद्धे जरनैल के इतिहास तो जरूर जानकारी होनी चाहिए है। वैसे तो सारिआं नूं होनी चाहिए है। जिस तरह आपां जाणदे हाँ कि अपने देश पंजाब के अंदर नशियां दा जिहड़ा छेवां दरिया वग रहा है, अगर उसनूं रोकना है तो सानू अपने योद्धे जरनैलों के रचे हुए इतिहास तो सेध लै करके गुरु साहब जी की शरण में आना पवेगा। अजिहे गुरमत समागम सानू करवाने पैणगे तां ही साडे बच्चे गुरु साहब जियां दी हजूरी विच आउणा सीखणगे, अमृत दे धारी होणगे। सो आप जियां दे नाल इतिहासक तत्थ सांझे करदा जावां बहुत जरूरी हन। जिस तरह रमतां दे विच दास ने बचन कीते हन कि गुरु अर्जन देव साहब महाराज जियां दे चरनां दे विचों सिੱਖੀ प्राप्त करन वाले, इस तो भाव है कि भाई अमिया जी गुरु अर्जन देव साहब महाराज जी के हजूरीए सिख सन। उन्होंने गुरु अर्जन देव साहब महाराज जी के चरणों के विचों चरण पाहल प्राप्त करके सिੱਖੀ धारण की है। जद असी
ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਇਸ ਕਰਤਾਰਪੁਰ ਸਾਹਿਬ ਆਏ। ਇਹ ਤੇ ਇੱਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਖੂਹ ਲਗਵਾ ਕਰਕੇ ਗਏ ਸਨ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਸ ਖੂਹ ਦੇ ਨਿਰਮਲ ਦੇ ਜਲ ਦੇ ਨਾਲ ਇਸ਼ਨਾਨ ਪਾਣ ਕੀਤਾ। ਗੁਰੂ ਕੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ। ਸੰਗਤ ਵਿੱਚ ਬੈਠੇ ਬਜ਼ੁਰਗਾਂ ਦੇ ਪਾਸੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਸ ਖੂਹ ਦਾ ਇਤਿਹਾਸ ਜਾਣਿਆ। ਇੱਕ ਬਜ਼ੁਰਗ ਨੇ ਗਲ ਵਿੱਚ ਪੱਲਾ ਪਾਰ ਕਰਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਘਟ ਘਟ ਦੀ ਜਾਣਨ ਵਾਲੇ ਹੋ, ਅਸੀਂ ਕੀ ਦੱਸ ਸਕਦੇ ਹਾਂ। ਆਪ ਚਾਹੁੰਦੇ ਹੋ ਕਿ ਬਾਕੀ ਸੰਗਤ ਵੀ ਜਾਣ ਲਵੇ ਤਾਂ ਮੈਂ ਇਸ ਖੂਹ ਦਾ ਇਤਿਹਾਸ ਦੱਸਦਾ ਹਾਂ। ਜਦ ਉਹ ਬਜ਼ੁਰਗ ਖੂਹ ਦਾ ਇਤਿਹਾਸ ਦੱਸਦਾ ਹੈ, ਇਸ ਸਮੇਂ ਕਿਹੜੇ ਕਿਹੜੇ ਸਿੱਖ ਨਾਲ ਆਏ ਉਹਨਾਂ ਦਾ ਜ਼ਿਕਰ ਕਰਦਾ ਹੈ। ਉਹਨਾਂ ਸਿੱਖਾਂ ਦੇ ਵਿੱਚ ਭਾਈ ਅਮੀਆਂ ਜੀ ਦਾ ਜ਼ਿਕਰ ਵੀ ਆਉਂਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਅਮੀਆਂ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਹਜ਼ੂਰੀਏ ਸਿੱਖ ਸਨ। ਪਟ ਵਹੀ ਦੇ ਅੰਦਰ ਵੀ ਲਿਖਿਆ ਹੋਇਆ ਹੈ ਕਿ ਭਾਈ ਅਮੀਆਂ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਤੋਂ ਸਿੱਖੀ ਧਾਰਨ ਕੀਤੀ ਸੀ। ਇਸ ਤੋਂ ਇਲਾਵਾ ਇੱਕ ਹੋਰ ਇਤਿਹਾਸਕ ਤੱਥ ਹੈ, ਹੋ ਸਕਦਾ ਹੈ ਕਿ ਆਪ ਜੀਆਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋਵੇ, ਨਹੀਂ ਹੋਵੇਗੀ ਤੇ ਆਪ ਜੀ ਹੈਰਾਨ ਹੋਵੋਗੇ, ਮਾਣ ਵੀ ਮਹਿਸੂਸ ਹੋਵੇਗਾ ਕਿ ਭਾਈ ਅਮੀਆਂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਏ ਹਨ। ਇਹ ਜਿਹੜੀ ਚੌਥੀ ਜੰਗ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਹੋਈ ਹੈ, ਇਸ ਜੰਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤੇਗ ਦੇ ਜੌਹਰ ਵਿਖਾਏ ਹਨ, ਤਾਂ ਹੀ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ। ਅਗਰ ਇਕੱਠਿਆਂ ਨੇ ਜੰਗ ਕੀਤੀ ਹੈ ਤੇ ਸੁਭਾਵਿਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹਨ ਜਿਹੜੇ ਭਾਈ ਅਮੀਆਂ ਜੀ ਨੇ ਜ਼ਰੂਰ ਕੀਤੇ ਹਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਭਾਈ ਅਮੀਆਂ ਜੀ ਨੇ ਕੀਤੇ ਹੋਏ ਹਨ। ਇਸ ਤੋਂ ਇਲਾਵਾ ਬਾਬਾ ਬਿਧੀ ਚੰਦ ਸਾਹਿਬ ਜੀਆਂ ਦੇ ਸਾਥੀ ਜਰਨੈਲ ਸਨ, ਬਾਬਾ ਜੇਠਾ ਜੀ ਸਿੱਧਵਾਂ ਵਾਲੇ, ਉਹਨਾਂ ਦਾ ਵੀ ਇਹਨਾਂ ਨੇ ਸੰਗ ਕੀਤਾ ਹੈ। ਤੇ ਜਿਹੜੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਵੀ ਭਾਈ ਅਮੀਆਂ ਜੀ ਨੇ ਸੰਗ ਕੀਤਾ ਹੋਇਆ ਹੈ, ਉਹਨਾਂ ਦੇ ਦਰਸ਼ਨ ਕੀਤੇ ਹੋਏ ਹਨ। ਸਾਨੂੰ ਇਤਿਹਾਸਕ ਹਵਾਲੇ ਵੀ ਮਿਲ ਜਾਂਦੇ ਹਨ। ਅਗਰ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਵੈਸੇ ਸੁਭਾਵਿਕ ਹੀ ਸਮਝ ਆ ਜਾਂਦੀ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਰਹਿ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਸ਼ਸਤਰ ਵਿਦਿਆ ਸਿੱਖੀ ਹੈ। ਤੇ ਭਾਈ ਆਪਾਂ ਸਰਵਣ ਕੀਤਾ ਹੈ ਕਿ ਭਾਈ ਅਮੀਆਂ ਜੀ ਨੇ ਘਮਸਾਨ ਦਾ ਜੰਗ ਕੀਤਾ ਹੈ, ਤੇ ਬਿਨਾਂ ਸ਼ਸਤਰਾਂ ਦਾ ਅਭਿਆਸ ਕੀਤੇ ਇਹੋ ਜਿਹਾ ਜੰਗ ਨਹੀਂ ਕੀਤਾ ਜਾ ਸਕਦਾ। ਤੇ ਸੁਭਾਵਿਕ ਹੈ ਕਿ ਹੋ ਸਕਦਾ ਹੈ ਕਿ ਭਾਈ ਅਮੀਆਂ ਜੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਯੁੱਧ ਅਭਿਆਸ ਜ਼ਰੂਰ ਕਰਿਆ ਕਰਦੇ ਹੋਣਗੇ। ਸੁਭਾਵਿਕ ਨਹੀਂ ਹੈ, ਹੋ ਨਹੀਂ ਸਕਦਾ, ਜ਼ਰੂਰ ਕੀਤਾ ਹੋਵੇਗਾ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰੀਏ ਸਿੱਖ ਸਨ ਬਾਬਾ ਬੁੱਢਾ ਸਾਹਿਬ ਜੀ, ਤੇ ਜ਼ਰੂਰ ਹੈ ਕਿ ਬਾਬਾ ਬੁੱਢਾ ਸਾਹਿਬ ਜੀਆਂ ਦੇ ਵੀ ਉਹਨਾਂ ਜ਼ਰੂਰ ਦਰਸ਼ਨ ਕੀਤੇ ਹਨ, ਜੋ ਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ। ਮੈਂ ਤਾਂ ਇਹ ਸਮਝਦਾ ਹਾਂ ਕਿ ਸਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਭਾਈ ਅਮੀਆਂ ਜੀ ਨਗਰ ਹਮੇਸ਼ਾ ਦੇ ਰਹਿਣ ਵਾਲੇ ਹਨ। ਮੈਂ ਸਮਝਦਾ ਹਾਂ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਅਗਰ ਅਸੀਂ ਇਸ ਤਰ੍ਹਾਂ ਕਹੀਏ ਕਿ ਅਸੀਂ ਭਾਈ ਅਮੀਆਂ ਜੀ ਦੇ ਨਗਰ ਹਮੇਸ਼ਾ ਦੇ ਰਹਿਣ ਵਾਲੇ ਹਾਂ, ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਸੋ ਅਖੀਰ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਸ਼ਹੀਦਾਂ ਸਿੰਘਾਂ ਦਾ, ਭਾਈ ਅਮੀਆਂ ਜੀ ਦਾ ਔਰ ਪ੍ਰਬੰਧਕ ਵੀਰਾਂ ਦਾ, ਆਪ ਰੱਬ ਵਰਗੀ ਸੰਗਤ ਦਾ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਭਾਈ ਅਮੀਆਂ ਜੀ ਦਾ ਜਿਹੜਾ ਅਗਾਧ ਬੋਧ ਇਤਿਹਾਸ ਹੈ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ। ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਜੀਆਂ ਦਾ ਜਿਹੜਾ ਇਤਿਹਾਸ ਹੈ, ਯੋਧਿਆਂ ਦਾ ਇਤਿਹਾਸ ਹੈ, ਉਹ ਅਗਾਧ ਬੋਧ ਹੈ, ਉਸ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਦਾਸ ਦੀ ਤੁਸ਼ ਬੁੱਧੀ ਹੈ, ਇੰਨੀ ਬੁੱਧੀ ਨਹੀਂ ਹੈ ਕਿ ਗੁਰੂ ਸਾਹਿਬ ਜੀਆਂ ਦੇ ਹਜ਼ੂਰੀ ਵਿੱਚ ਬੈਠ ਕਰਕੇ ਇਸ ਅਗਾਧ ਬੋਧ ਇਤਿਹਾਸ ਨੂੰ ਵਰਣਨ ਕੀਤਾ ਜਾ ਸਕੇ। ਮੈਂ ਮੰਨਦਾ ਹਾਂ ਕਿ ਅਨੇਕਾਂ ਗਲਤੀਆਂ ਕੀਤੀਆਂ ਨੇ, ਆਪ ਬਖਸ਼ਿੰਦ ਹੋ, ਗੁਰੂ ਸਾਹਿਬ ਬਖਸ਼ਿੰਦ ਹਨ। ਆਪ ਸਾਹਿਬ ਜੀ ਨੇ ਦਾਸ ਦੇ ਵਾਸਤੇ ਅਰਦਾਸ ਕਰ ਦੇਣੀ ਹੈ ਕਿ ਅੱਗੇ ਵਾਸਤੇ ਗੁਰੂ ਸਾਹਿਬ ਜੀ ਸ੍ਰੇਸ਼ਟ ਬੁੱਧੀ ਜਿਹੜੀ ਹੈ ਸਾਨੂੰ ਬਖਸ਼ਿਸ਼ ਕਰ ਦੇਣ। ਇੱਕ ਹੋਰ ਬੇਨਤੀ ਮੈਂ ਕਰਦਾ ਜਾਵਾਂ ਕਿ ਆਪਾਂ ਹਰ ਸਾਲ ਜੋਧੇ ਦਾ ਸਾਲਾਨਾ ਜੋੜ ਮੇਲਾ ਮਨਾਉਂਦੇ ਹਾਂ, ਪ੍ਰਬੰਧਕ ਵੀਰ ਸਾਰੇ ਪ੍ਰਬੰਧ ਕਰਦੇ ਹਨ। ਆਪਾਂ ਅਖੰਡ ਪਾਠ ਦੀ ਆਰੰਭਤਾ ਤੇ ਵੀ ਆਉਂਦੇ ਹਾਂ, ਮੱਧ ਵਾਲੇ ਦਿਨ ਵੀ ਆਏ, ਭੋਗ ਵਾਲੇ ਦਿਨ ਵੀ ਆਏ, ਲੰਗਰ ਪ੍ਰਸ਼ਾਦਾ ਛਕਣਾ। ਇਹ ਨਾ ਹੋਵੇ ਕਿ ਲੱਗੇ ਹੋਏ ਮੇਲੇ ਦੇ ਬਾਜ਼ਾਰ ਦੇ ਵਿੱਚੋਂ ਪਕੌੜੇ ਜਲੇਬੀਆਂ ਖਾ ਕਰਕੇ ਚਲੇ ਜਾਈਏ, ਘਰ ਵਾਸਤੇ ਵੀ ਲੈ ਜਾਈਏ। ਕਬੱਡੀ ਦਾ ਮੈਚ ਹੋਵੇ, ਤਾੜੀਆਂ ਵਜਾਈਏ ਤੇ ਘਰਾਂ ਨੂੰ ਚਲੇ ਜਾਈਏ। ਕੁਝ ਨਾ ਕੁਝ ਸਿੱਖ ਕਰਕੇ ਜ਼ਰੂਰ ਜਾਈਏ। ਘੱਟੋ ਘੱਟ ਉਸ ਜੋਧੇ ਜਰਨੈਲ ਦਾ ਇਤਿਹਾਸ ਜ਼ਰੂਰ ਸਾਨੂੰ ਯਾਦ ਹੋਣਾ ਚਾਹੀਦਾ ਹੈ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ
अगर प्रबंधक वीर चाहन तो जितने भी ਜਿਹੜੇ बचन आप जी ਦੇ ਨਾਲ ਦਾਸ ਨੇ ਸਾਂਝੇ ਕੀਤੇ ਹਨ ਇਹ ਸਾਰੇ ਇਤਿਹਾਸ ਦੇ ਤੱਥ ਹਨ। मैं अपने ਕੋਲੋਂ ਕੁਝ नहीं किया, ये सारा कुछ इतिहास के अंदर लिखा हुआ है। अगर किसी ने इस बाबत कोई सवाल कोई शक शुबा होवे दास नाल जदों मर्जी संपर्क कर सकते हो। अगर प्रबंधक वीर चाहन तो ਜਿਹੜੇ इतिहास के बोल हैं ਅਸੀਂ ਇਹਨਾਂ ਨੂੰ एक छोटी जी किताब का रूप दे सकते हाँ, 2 4 5 पन्ने की होवे। इस नूं असीं जोग तरीके नाल जोग शब्दां दे विच लिख करके गुरुद्वारा साहिब जी अंदर रखा जा सकता है, तां जो जदों भी गुरु घर दे अंदर संगत आवे खास कर सालाना जोड़ मेले ते ये जिहड़ा इतिहास है छोटी जी किताब है हो सके तो भेटा रहत होवे। अगर इसकी लागत मुल की भेटा भी लग जाए तो एक बहुत चंगी गल है वो भी कि वही लै करके जाएगा जिन्हें माया खर्चनी है घर जाके जरूर पढ़ेगा भी। ये नहीं कि इतों लै गए जा करके अलमारी के विच रख दी या फिर उपर रख दी। छोटा जिहा आपां कोई उपराला जरूर करिए। इतिहास के अंदर बहुत जगह पर भाई अमिया सानू जिक्र मिलता है, आपां कोई ना कोई उपराला करिए। नशियां दा जिहड़ा छेवां दरिया वग रहा है इस नूं रोकण वास्ते सानू अपने योद्धियां दे इतिहास तो जिहड़ी है सानू जरूर कोई ना कोई सेध जिहड़ी वो लैनी पवेगी, साडे वास्ते बहुत ही जरूरी है। मैं विशेष धन्नवाद करदा हाँ गुरु साहिब जियां दा, सारी संगत दा, प्रबंधक वीरां दा, गुरु के कीर्तने भाई रेशम सिंह जी, भाई सतनाम सिंह जी अते जितने भी प्रबंधक वीर हैं जिन्हों ने इस निमाणे दास नूं सेवा का मौका बख्शिश किया। भाई सतराम सिंह जी वालों तो पिछले साल भी बेनती की गई सी, बेनती शायद प्रवान नहीं हुंदी, हुक्म मनने पै जाते हैं। इस बार इन्होंने हुक्म ही कर दिता। शायद आप सब संगत के दर्शन पिछले साल नहीं करने सन तो होइयां भुल्लां चुकां दी खिमा कर देनी है। एक विशेष बेनती करदा जावां, आपां गुरमत समागम कल भी रखा है। ये जिहड़ा रात्रि का समागम है ये पिछले 20 सालों तो लगातार चल रहा है। इस समागम नूं पहला तो दास भी जद बाहर नहीं सी गए इन्हां वीरां दे नाल थोड़ा बहुत सहयोग करीदा सी, तन करके जां मन करके धन करके भी किते थोड़ा बहुत जिन्ना गुरु साहब बख्शिश करदे सन करीदा सी। पर जिहड़े 4 सिंह हन 4-5 सिंह हन, भाई बलजीत सिंह, भाई रेशम सिंह, भाई कुलवंत सिंह ते भाई सतनाम सिंह, ये पिछले 20 सालों तो लगातार ये जिहड़ा रात्रि का समागम है इसका सारा प्रबंध करते हैं, जो कि बहुत ही ये वीर चारे वीर वधाई के भी पात्र हैं। गुरु साहब जी की बख्शिश है। मैं तो समझदा हाँ कि घर दे विच एक समागम करना कई बार औखा हो जाता है, कई बार घर दे जी ही नहीं मानते कि अजे नहीं करना है। तो एक नगर के अंदर 20 समागम लगातार करने, थोड़े जे सिंघां वालों उपराला करना बहुत ही माण वाली गल है। हुण कुछ पिछले सालों तो वीर दस रहे सन, कुछ होर सिंह नाल जुड़े हैं। सारे नगर नूं बेनती है कि आपां इन्हां वीरां दा जरूर साथ दिया करिए, जुड़िए, तन करके साथ दे दईए, मन करके दे दईए, धन करके दे दईए। मन तो भाव है कि अगर ये उपराला करते हैं तो असीं इस तरह का कोई उपराला ना करिए, इस तरह की कोई गल ना करिए कि इन्हां दा मन दुखी हो जाए, ये कहन के साडियां लत्तां खिच रहे हैं, लत्तां खिचण दा यतन ना करिए, इन्हां दा साथ जरूर दिया करिए, बहुत ही साडे वास्ते जरूरी है। सो अखीर दे विच गुरु साहिब जी आप रब वर्गी संगत प्रबंधक वीरां दा दास वालों बहुत बहुत धन्नवाद। दास वास्ते अरदास जरूर करियो कि गुरु साहिब जी श्रेष्ठ बुद्धि बख्शिश कर देण, तां जो गुरु साहिब जी ते गुरु के योद्धियां दा जिहड़ा इतिहास है उसनूं जोग शब्दां दे विच जोग ढंग दे नाल संगत दे सन्मुख रखिया जा सके। अरदास रूप दे अंदर आप जियां ने सारियां ने ही फतेह दा जिहड़ा जवाब है फतेह दे अंदर देना है। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सन भाई दया सिंह जो कि शहीदगंज श्री अमृतसर साहिब जी तो साढ़े कोल पहुँचे हैं, उत्थे ग्रंथी सिंह दीयां सेवावां निभा रहे हैं, तो जिन्होंने बड़ी खोज के नाल जिहड़ा इतिहास साडे नाल साझा कीता है।